ਅੱਜ ਮਿਤੀ 12 ਅਪ੍ਰੈਲ 2020 ਤੱਕ ਅਸੀਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ 708 ਸੈਂਪਲ ਜਿਹੜੇ ਹੈਗੇ ਉਹ ਕਲੈਕਟ ਕੀਤੇ ਨੇ, ਜਿਹਦੇ ਵਿੱਚੋਂ 577 ਸੈਂਪਲਾਂ ਦੀ ਰਿਪੋਰਟ ਜਿਹੜੀ ਹੈਗੀ ਸਾਨੂੰ ਪ੍ਰਾਪਤ ਹੋ ਚੁੱਕੀ ਹੈ। 131 ਸੈਂਪਲਾਂ ਦੀ ਰਿਪੋਰਟ ਜਿਹੜੀ ਹੈਗੀ ਉਹ ਆਉਣ ਵਾਲੀ ਬਾਕੀ ਹੈ। 577 ਵਿੱਚੋਂ 548 ਜਿਹੜੇ ਕੇਸ ਹੈਗੇ ਉਹ ਨੈਗੇਟਿਵ ਪਾਏ ਗਏ ਨੇ। 12 ਕੇਸ ਜਿਹੜੇ ਹੈਗੇ ਉਹ ਪੋਜ਼ੀਟਿਵ ਪਾਏ ਗਏ ਨੇ। 12 ਕੇਸਾਂ ਚੋਂ 2 ਕੇਸ ਜਿਹੜੇ ਹੈਗੇ ਉਹ ਬਾਹਰਲੇ ਜ਼ਿਲ੍ਹਿਆਂ ਦੇ ਹੈਗੇ। ਬਾਕੀ ਜਿਹੜੇ ਕੇਸ ਸੀਗੇ ਉਹ 17 ਕੇਸ ਸੀਗੇ ਜਿਹੜੇ ਕਿ ਸੈਂਪਲ ਜਿਹੜੇ ਸੀਗੇ ਉਹ ਕਿਸੇ ਕਾਰਨਾਂ ਕਰਕੇ ਰਿਜੈਕਟ ਹੋ ਗਏ ਸੀਗੇ। ਇੱਕ ਪੇਸ਼ੈਂਟ ਜਿਹੜਾ ਸਾਡਾ ਸਭ ਤੋਂ ਪਹਿਲਾ ਪੇਸ਼ੈਂਟ ਸੀਗਾ ਉਹ ਕਿਉਰ ਹੋ ਕੇ ਆਪਣੇ ਘਰ ਵਾਪਸ ਪਰਤ ਕੇ ਜਾ ਚੁੱਕਿਆ ਹੈ, ਬਟ ਉਸਨੂੰ ਵੀ ਅਸੀਂ ਹਾਲੇ ਹੋਮ ਕੁਆਰੰਟੀਨ ਕਰਕੇ ਰੱਖਿਆ ਹੋਇਆ। ਉਹਨਾਂ ਦੀ ਵੀ ਜਿਹੜੀ ਐਕਟੀਵਿਟੀਜ਼ ਹੈਗੀ ਉਹਨਾਂ ਨੂੰ ਅਸੀਂ ਲਗਾਤਾਰ ਚੈੱਕ ਕਰ ਰਹੇ ਹਾਂ। ਜਿਵੇਂ ਮੈਂ ਦੱਸਿਆ ਸੀਗਾ ਕਿ ਸਾਡੇ 2 ਏਰੀਆਜ਼ ਹੈਗੇ ਜਿਨ੍ਹਾਂ ਨੂੰ ਅਸੀਂ ਹੌਟਸਪੌਟ ਡਿਕਲੇਅਰ ਕੀਤਾ ਹੋਇਆ ਹੈ। ਇੱਕ ਹੈਗਾ ਅਮਰਪੁਰਾ ਸ਼ਹਿਰ ਦੇ ਵਿੱਚ, ਅਤੇ ਦੂਜਾ ਏਰੀਆ ਜਿਹੜਾ ਹੈਗਾ ਉਹ ਹੈਗਾ ਪਿੰਡ ਚੌਕੀਮਾਨ ਗੁੜੇ ਜਿਹੜਾ ਹੈਗਾ ਜਗਰਾਓਂ ਦੇ ਵਿੱਚ ਪੈਂਦਾ ਹੈ। ਉਸ ਏਰੀਆ ਨੂੰ ਅਸੀਂ ਹੌਟਸਪੌਟ ਡਿਕਲੇਅਰ ਕੀਤਾ ਸੀਗਾ। ਉਹ ਦੋਵਾਂ ਥਾਵਾਂ ਜਿਹੜੀਆਂ ਹੈਗੀਆਂ ਹੈਲਥ ਡਿਪਾਰਟਮੈਂਟ ਦੀ ਡਿਊਟੀ ਲਾਈ ਗਈ ਸੀਗੀ, ਔਰ ਉਹਨਾਂ ਨੇ ਉੱਥੇ ਐਕਸਟੈਂਸਿਵ ਚੈਕਿੰਗ ਜਿਹੜੀ ਹੈਗੀ ਉਹ ਚਾਲੂ ਕੀਤੀ ਹੈਗੀ। ਅੱਜ ਤਕਰੀਬਨ 185 ਘਰ ਜਿਹੜੇ ਹੈਗੇ ਉਹਨਾਂ ਨੇ ਚੈੱਕ ਕੀਤੇ ਸੀਗੇ। ਅਮਰਪੁਰਾ ਏਰੀਆ ਦੇ ਵਿੱਚ 854 ਬੰਦਿਆਂ ਨੂੰ ਉੱਥੇ ਉਹਨਾਂ ਨੇ ਸਕਰੀਨਿੰਗ ਕੀਤੀ, ਜਿਹਦੇ ਵਿੱਚ ਇੱਕ ਬੰਦਾ ਜਿਹੜਾ ਸੀਗਾ ਉਹ ਥੋੜ੍ਹੇ ਸੇ ਉਸਨੇ ਵਿੱਚ ਸਿੰਪਟਮਸ ਪਾਏ ਗਏ ਨੇ। ਬਾਕੀ ਜਿਹੜੇ ਬੰਦੇ ਹੈਗੇ ਉਹਨਾਂ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਿੰਪਟਮ ਜਿਹੜਾ ਹੈਗਾ ਪ੍ਰਾਪਤ ਨਹੀਂ ਹੋਇਆ। ਜਿਹੜਾ ਇੱਕ ਸਿੰਪਟਮ ਜਿਸ ਬੰਦੇ ਦਾ ਹੈਗਾ ਉਸਨੂੰ ਸਿਵਲ ਹਸਪੀਟਲ ਦੇ ਵਿੱਚ ਆਈਸੋਲੇਸ਼ਨ 'ਚ ਰੱਖ ਲਿਆ ਹੈਗਾ। ਇਸੇ ਤਰ੍ਹਾਂ ਚੌਕੀਮਾਨ ਅਤੇ ਗੁੜੇ ਪਿੰਡ ਹੈਗੇ, ਉੱਥੇ ਦੋਨੋਂ ਪਿੰਡਾਂ ਦੇ ਵਿੱਚ ਵੀ ਅਸੀਂ ਅੱਜ ਸਕਰੀਨਿੰਗ ਜਿਹੜੀ ਹੈਗੀ ਉਹ ਕਰਾਈ ਹੈਗੀ। ਤਕਰੀਬਨ 450 ਘਰਾਂ ਨੂੰ ਅੱਜ ਉੱਥੇ ਵਿਜ਼ਿਟ ਕਰਾਇਆ ਹੈਗਾ, ਔਰ ਤਕਰੀਬਨ 2000 ਦੇ ਨੇੜੇ ਤੇੜੇ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਉੱਥੇ ਸਕਰੀਨ ਕੀਤਾ ਹੈਗਾ। ਔਰ ਕੋਈ ਵੀ ਬੰਦਾ ਉੱਥੇ ਇਹੋ ਜਿਹਾ ਨਹੀਂ ਮਿਲਿਆ ਜਿਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਿੰਪਟਮ ਹੋਵੇ। ਤਾਂ ਉਹਨਾਂ ਸਾਰਿਆਂ ਨੂੰ ਅਸੀਂ ਆਲਰੇਡੀ ਕੁਆਰੰਟੀਨ ਤਾਂ ਕੀਤਾ ਹੀ ਹੋਇਆ, ਅਸੀਂ ਲਗਾਤਾਰ ਉਹਨਾਂ ਨੂੰ ਚੈੱਕ ਕਰਦੇ ਰਹਾਂਗੇ। ਤਾਂ ਅੱਜ ਤੱਕ ਦੀ ਜਿਹੜੇ ਹੈਲਥ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਇਹੀ ਹੈਗੀ। ਇਸ ਤੋਂ ਇਲਾਵਾ ਕੁਛ ਸਾਡੇ ਕੋਲ ਸ਼ਿਕਾਇਤਾਂ ਆਈਆਂ ਸੀਗੀਆਂ ਕਿ ਕੁਛ ਇਲੀਗਲ ਮੰਡੀਆਂ ਜਿਹੜੀਆਂ ਹੈਗੀਆਂ ਲੱਗ ਰਹੀਆਂ ਹੈਗੀਆਂ। ਕੱਲ੍ਹ ਸ਼ਾਮ ਨੂੰ ਹੀ ਕਾਰਪੋਰੇਸ਼ਨ ਕਮਿਸ਼ਨਰ ਵੱਲੋਂ ਇਹ 3 ਥਾਵਾਂ ਹੈਗੀਆਂ, ਸ਼ੇਰਪੁਰ ਅਤੇ 2 ਹੋਰ ਥਾਵਾਂ ਹੈਗੀਆਂ, ਜਿਨ੍ਹਾਂ ਦੀ ਇਨਫੋਰਮੇਸ਼ਨ ਸਾਨੂੰ ਦਿੱਤੀ ਹੈਗੀ। ਕਮਿਸ਼ਨਰ ਪੁਲਿਸ ਨੂੰ ਇਹ ਇਨਫੋਰਮੇਸ਼ਨ ਜਿਹੜੀ ਸੀਗੀ ਉਹ ਸਪਲਾਈ ਕਰਤੀ ਹੈਗੀ, ਔਰ ਮੇਰੇ ਨੌਲੇਜ 'ਚ ਥੋੜ੍ਹੀ ਦੇਰ ਪਹਿਲਾਂ ਮੀਟਿੰਗ 'ਚ ਉਹਨਾਂ ਨੇ ਦੱਸਿਆ ਹੈਗਾ ਕਿ ਅਸੀਂ 3 ਹੀ ਥਾਵਾਂ 'ਤੇ FIR ਜਿਹੜੀ ਹੈਗੀ ਉਹ ਦਰਜ ਕਰ ਰਹੇ ਹਾਂ। ਕੋਈ ਵੀ ਬੰਦੇ ਨੂੰ ਇਲੀਗਲ ਐਕਟੀਵਿਟੀ ਕਰਨ ਦੀ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਰ, ਜਿੱਦਾਂ ਦੇਖਿਆ ਪਟਿਆਲੇ ਵਿੱਚ ਜਿੱਦਾਂ ਸਬਜ਼ੀ ਮੰਡੀ ਦਾ ਹਾਦਸਾ ਹੋਇਆ ਤਾਂ ਲੁਧਿਆਣੇ ਦੀ ਸਬਜ਼ੀ ਮੰਡੀਆਂ ਦੇ ਵਿੱਚ ਸੁਰੱਖਿਆ ਵਧਾਈ ਜਾਊਗੀ। ਦੇਖिए, ਲੁਧਿਆਣੇ ਦਾ ਜਿਹੜਾ ਸਬਜ਼ੀ ਮੰਡੀ ਮਾਡਲ ਜਿਹੜਾ ਹੈਗਾ ਉਹ ਕਾफ़ੀ ਮਿਹਨਤ ਕਰਕੇ ਔਰ ਕਾफ़ੀ ਦਿਮਾਗ ਲਗਾ ਕੇ ਅਸੀਂ ਤਿਆਰ ਕੀਤਾ ਸੀਗਾ ਕਿ ਅਸੀਂ ਇੱਕ ਕੈਸਕੇਡ ਮਾਡਲ ਜਿਹੜਾ ਸੀਗਾ ਉਹ ਲੁਧਿਆਣੇ ਦੇ ਵਿੱਚ ਅਸੀਂ ਅਪਣਾਇਆ ਹੈਗਾ ਕਿ ਕਿਸੇ ਵੀ ਤਰੀਕੇ ਨਾਲ ਉੱਥੇ ਭੀੜ ਜਿਹੜੀ ਹੈਗੀ ਉਹ ਇਕੱਠੀ ਹੀ ਨਾ ਹੋਣ ਦਿੱਤੀ ਜਾਵੇ। ਤਾਂ ਹੁਣ ਕੋਈ ਵੀ ਆਮ ਬੰਦਾ ਜਿਹੜਾ ਹੈਗਾ ਉੱਥੇ ਡਾਇਰੈਕਟਲੀ ਆਪਣੀ ਸਬਜ਼ੀ ਖਰੀਦਣ ਵਾਸਤੇ ਹੁਣ ਨਹੀਂ ਜਾ ਸਕਦਾ। ਕੋਈ ਵੀ ਛੋਟਾ ਵੈਂਡਰ ਜਿਹੜਾ ਹੈਗਾ ਉਹ ਵੀ ਉੱਥੇ ਨਹੀਂ ਜਾ ਸਕਦਾ। ਕੇਵਲ ਔਰ ਕੇਵਲ ਵੱਡੇ ਵੈਂਡਰਸ ਜਿਹੜੇ ਹੈਗੇ ਜੋ ਕਿ ਜਿਨ੍ਹਾਂ ਦੀ ਕੈਪੈਸਿਟੀ ਕਾफ़ੀ ਜ਼ਿਆਦਾ ਹੈਗੀ, ਜੋ ਕਿ ਪੂਰੇ ਵਾਰਡ ਨੂੰ ਸਾਂਭ ਸਕਦੇ ਹੈ, ਇਸ ਤਰ੍ਹਾਂ ਦੇ ਵੈਂਡਰਾਂ ਨੂੰ ਹੀ ਅਸੀਂ ਲਾਇਸੈਂਸ ਦਿੱਤਾ ਹੈਗਾ। ਔਰ ਇੰਨੀ ਵੱਡੀ ਮੰਡੀ ਦੇ ਵਿੱਚ ਹੁਣ ਕਿਸੇ ਵੀ ਤਰ੍ਹਾਂ ਦੀ ਪਿਛਲੇ 2 ਹਫ਼ਤਿਆਂ ਤੋਂ ਜਦੋਂ ਇਹ ਸਿਸਟਮ ਚੱਲ ਰਿਹਾ ਹੈਗਾ ਕਿਸੇ ਵੀ ਤਰ੍ਹਾਂ ਦੀ ਸਾਨੂੰ ਰਸ਼ ਦੀ ਜਿਹੜੀ ਸ਼ਿਕਾਇਤ ਹੈਗੀ ਉਹ ਨਹੀਂ ਮਿਲ ਰਹੀ ਹੈਗੀ। ਤਾਂ ਇਹ ਮਾਡਲ ਜਿਹੜਾ ਹੈਗਾ ਕਾफ़ੀ ਡਿਫਰੈਂਟ ਟਾਈਪ ਦਾ ਮਾਡਲ ਹੈ, ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰਸ਼ ਹੀ ਉੱਥੇ ਨਹੀਂ ਹੁੰਦੀ। ਬਾਕੀ ਫੋਰਸ ਜਿਹੜੀ ਹੈਗੀ ਫੋਰਸ ਡਿਪਲੋਇਮੈਂਟ ਬਹੁਤ ਹੀ ਚੰਗੀ ਉੱਥੇ ਕੀਤੀ ਹੋਈ ਹੈ। ਇੱਕ DCP ਰੈਂਕ ਦੇ ਆਫੀਸਰ ਸਾਹਿਬਾਨ ਨੂੰ ਅਸੀਂ ਉੱਥੇ ਆਲਰੇਡੀ ਲਾਇਆ ਹੋਇਆ, ਜਿਨ੍ਹਾਂ ਨੇ ਕਾफ़ੀ ਮਿਹਨਤ ਕੀਤੀ ਸੀਗੀ। ਉਦੋਂ DMO ਔਰ ਬਾਕੀ ਆਫੀਸਰ ਸਾਹਿਬਾਨ ਦੇ ਨਾਲ ਮਿਹਨਤ ਕਰਕੇ ਇਹ ਸਿਸਟਮ ਜਿਹੜਾ ਸੀਗਾ ਉਹ ਇਜਾਦ ਕੀਤਾ, ਔਰ ਇਜਾਦ ਕਰਨ ਤੋਂ ਬਾਅਦ ਹੁਣ ਪਿਛਲੇ 1.5-2 ਹਫ਼ਤੇ ਤੋਂ ਅਸੀਂ ਇਸ ਨੂੰ ਇੰਪਲੀਮੈਂਟ ਵੀ ਕਰ ਰਹੇ ਹਾਂ, ਔਰ ਬਹੁਤ ਸਕਸੈਸਫੁਲੀ ਇਸ ਨੂੰ ਇੰਪਲੀਮੈਂਟ ਕੀਤਾ ਹੋਇਆ ਹੈ। ਇਹਦੇ ਵਿੱਚ ਇਹ ਹੈਗਾ ਕਿ ਚੂँਕਿ ਸਾਰਿਆਂ ਨੂੰ ਪਤਾ ਹੈਗਾ ਪਹਿਲਾਂ ਲੋਕਡਾਊਨ ਪੀਰੀਅਡ ਜਿਹੜਾ ਸੀਗਾ ਉਹ 14 ਅਪ੍ਰੈਲ ਤੱਕ ਦਾ ਸੀਗਾ, ਤਾਂ ਇਸ ਕਰਕੇ ਸਾਰੇ ਪਾਸਿਸ ਜਿਹੜੇ ਵੀ ਬਣੇ ਸੀਗੇ ਜਿਨ੍ਹਾਂ ਨੂੰ ਅਸੀਂ ਐਸੈਂਸ਼ੀਅਲ ਸਰਵਿਸਿਜ਼ ਵਾਸਤੇ ਪਾਸਿਸ ਬਣਾਏ ਸੀਗੇ ਉਹ 14 ਅਪ੍ਰੈਲ ਤੱਕ ਦੇ ਬਣਾਏ ਸੀਗੇ। ਹੁਣ ਅਸੀਂ ਪਤਾ ਕਰ ਰਹੇ ਹਾਂ ਕਿਉਂਕਿ ਐਕਸਟੈਂਸ਼ਨ ਜਿਹੜੀ ਹੈਗੀ ਉਹ ਹੋਣੀ ਹੋਈ ਹੈ, ਤਾਂ ਸੌਫਟਵੇਅਰ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਚੇਂਜ ਕੀਤਾ ਜਾ ਰਿਹਾ। ਦੈਨ ਅਸੀਂ ਆਪਣਾ ਲੋਕਡਾਊਨ ਪੀਰੀਅਡ ਵੀ ਜਿਹੜਾ ਹੈਗਾ ਉਸਨੂੰ ਆਫੀਸ਼ੀਅਲ ਆਰਡਰ ਕਰਕੇ ਕੱਢਾਂਗੇ, ਔਰ ਉਸ ਦੇ ਨਾਲ ਹੀ ਉਹਨਾਂ ਨੂੰ ਪਾਸਿਸ ਦੇ ਬਾਰੇ ਵੀ ਅਸੀਂ ਅਗਲੀ ਇੰਸਟਰਕਸ਼ਨ ਜਿਹੜੀ ਹੈਗੀ ਉਹ ਪਾਸ ਕਰ ਦੇਵਾਂਗੇ।
ਹਾਲੇ ਕਿਉਂਕਿ ਕਰਫਿਊ ਲੱਗਿਆ ਹੋਇਆ ਹੈ, ਅਸੀਂ ਇਹ ਸਿਸਟਮ ਜਿਹੜਾ ਹੈਗਾ ਉਸ ਨੂੰ ਆਨਲਾਈਨ ਪਾਸਿਸ ਦੇ ਵਿੱਚ ਰੱਖਿਆ ਹੋਇਆ। ਜੇ ਕੋਈ ਵੀ ਬੰਦਾ ਬੈਂਕ ਜਾਂ ਏਟੀਐਮ ਸਰਵਿਸਿਜ਼ ਲੈਣਾ ਚਾਹੁੰਦਾ ਹੈ ਤਾਂ ਉਹ ਈਜ਼ੀਲੀ ਅਪਲਾਈ ਕਰ ਸਕਦਾ ਹੈ। ਔਰ ਇਸ ਵੇਲੇ ਸਾਡੇ ਪਾਸਿਸ ਦੀ ਡਿਸਪੋਜ਼ਲ ਜਿਹੜੀ ਹੈਗੀ ਉਹ ਕਾਫੀ ਚੰਗੀ ਹੈਗੀ। ਕੋਈ ਵੀ ਪਾਸ ਜਿਹੜਾ ਹੈਗਾ ਉਹ 3-4 ਘੰਟੇ ਤੋਂ ਵੱਧ ਨਹੀਂ ਲੱਗਦਾ। ਜਨਰਲੀ ਅਸੀਂ ਜਾਂ ਤਾਂ ਉਸ ਨੂੰ, ਜੇ ਉਸ ਦਾ ਰੀਜ਼ਨ ਵੈਲਿਡ ਹੁੰਦਾ ਹੈ ਤਾਂ ਅਸੀਂ ਉਸ ਨੂੰ ਅਸੈਪਟ ਕਰ ਲੈਂਦੇ ਹਾਂ, ਜੇ ਉਸ ਦਾ ਰੀਜ਼ਨ ਵੈਲਿਡ ਨਹੀਂ ਹੁੰਦਾ ਤਾਂ ਅਸੀਂ ਉਸ ਨੂੰ ਰਿਜੈਕਟ ਕਰ ਦਿੰਦੇ ਹਾਂ। ਤਾਂ ਹਰ ਇੱਕ ਬੰਦੇ ਨੂੰ ਪਾਸ ਜ਼ਰੂਰ ਚਾਹੀਦਾ ਹੈਗਾ, ਜੋ ਕੋਈ ਵੀ ਬੰਦਾ ਆਪਣੇ ਘਰੋਂ ਬਾਹਰ ਨਿਕਲਣਾ ਚਾਹੁੰਦਾ ਹੈ। ਔਰ ਜਿਵੇਂ ਅਸੀਂ ਕੱਲ੍ਹ ਦੱਸਿਆ ਸੀਗਾ ਕਿ ਹਰ ਇੱਕ ਬੰਦਾ ਜੋ ਵੀ ਬਾਹਰ ਨਿਕਲਦਾ ਹੈ, ਭਾਵੇਂ ਉਹ ਪਾਸ ਲੈ ਕੇ ਨਿਕਲਦਾ ਹੋਵੇ, ਉਸ ਨੂੰ ਆਪਣਾ ਮੂੰਹ ਜਿਹੜਾ ਹੈਗਾ ਉਸ ਨੂੰ ਕਵਰ ਕਰਕੇ ਨਿਕਲਣਾ ਪੈਣਾ ਹੈ। ਤੇ ਸਰ ਉਹਦਾ ਪ੍ਰਬੰਧ ਕੀਤਾ ਜਾਊਗਾ ਜਿੱਦਾਂ ਲੇਡੀਜ਼ ਕੋਈ ਲੇਡੀ ਦਾ ਪੇਜ ਵਗੈਰਾ ਭਾਗ ਉਹਨਾਂ ਨੂੰ। देखिए इसमें एज़ फार एज़ प्रेगनेंट लेडीज़ आर कंसर्न, ये तो ऑलरेडी ਜਿਹੜੀਆਂ ਗਵਰਨਮੈਂਟ ਦੀ ਸਕੀਮਾਂ ਹੈਗੀਆਂ ਉਹਦੇ ਵਿੱਚ ਆਲਰੇਡੀ ਕਵਰਡ ਹੈਗਾ ਕਿ ਉਹਨਾਂ ਨੂੰ ਲੈ ਕੇ ਆਉਣਾ ਔਰ ਲੈ ਕੇ ਜਾਣਾ, ਇਹ ਦੋਨੋਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਹੈਲਥ ਡਿਪਾਰਟਮੈਂਟ ਦੀ ਰਿਸਪੌਂਸਿਬਿਲਿਟੀ ਬਣਦੀ ਹੈ। ਮੈਨੂੰ ਹੁਣੀ ਤੁਸੀਂ ਥੋੜੀ ਦੇਰ ਪਹਿਲਾਂ ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਇੱਕ ਦੱਸਿਆ ਸੀਗਾ ਇੱਕ ਕੇਸ ਇਹੋ ਜਿਹਾ ਆਇਆ ਹੈਗਾ। ਅਸੀਂ ਇਸ ਨੂੰ ਇਨਵੈਸਟੀਗੇਟ ਕਰਵਾਵਾਂਗੇ ਕਿ ਕੋਈ ਵੀ ਬੰਦਾ ਲੇਡੀ ਸਪੈਸ਼ਲੀ ਪ੍ਰੈਗਨੈਂਟ ਲੇਡੀ ਜਿਹੜੀ ਹੈਗੀ ਉਸ ਦੀ ਸਕੀਮ ਜਿਹੜੀ ਹੈਗੀ ਉਸ ਦੇ ਅੰਦਰ ਉਸ ਨੂੰ ਪੂਰੀ ਸਹੂਲਤ ਜਿਹੜੀ ਹੈਗੀ ਮਿਲਣੀ ਚਾਹੀਦੀ ਹੈ। देखिए एज़ फार एज़ OPDs आर कंसर्न गवर्नमेंट ਵੱਲੋਂ ਕਿਹਾ ਹੋਇਆ ਹੈ ਅਸੀਂ ਆਪਣੀ OPD ਜਿਹੜੀ ਹੈਗੀ ਇੱਥੋਂ ਉੱਥੇ ਸ਼ਿਫਟ ਕੀਤੀ ਹੈਗੀ। ਜਿਹੜੇ ਅਸੀਂ ਜਨਰਲੀ ਸਜੈਸਟ ਲੋਕਾਂ ਨੂੰ ਇਹੀ ਕਰਦੇ ਨੇ ਜਿਹਨਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਪੈਸ਼ਲ ਲੋਡ ਹੈਗੀ ਉਹੀ ਬੰਦਾ ਉੱਥੇ ਆਵੇ, ਕੇਵਲ ਮਾਮੂਲੀ ਚੀਜ਼ਾਂ ਦੇ ਵਾਸਤੇ ਉਹ ਬੰਦੇ ਨਾ ਆਉਣ। ਜੇ ਮਾਮੂਲੀ ਕੋਈ ਚੀਜ਼ ਹੈਗੀ ਤਾਂ ਤੁਸੀਂ ਕੋਈ ਡਾਕਟਰ ਨੂੰ ਪਰਸਨਲੀ ਜਾਣਦੇ ਹੋ, ਤੁਹਾਡੇ ਫੈਮਿਲੀ 'ਚ ਕੋਈ ਡਾਕਟਰ ਹੈਗਾ ਤਾਂ ਉਸ ਦੇ ਨਾਲ ਗੱਲਬਾਤ ਕਰ ਲਈ ਜਾਵੇ। ਕਿਉਂਕਿ ਜੇ ਤੁਸੀਂ ਹਸਪੀਟਲਾਂ ਨੂੰ ਬਿਨਾਂ ਕਿਸੇ ਬਾਤ ਦੇ, ਬਿਨਾਂ ਕਿਸੇ ਗੱਲ ਦੇ, ਬਿਨਾਂ ਕਿਸੇ ਸੈਂਸਿਟਿਵ ਇਸ਼ੂ ਦੇ ਜਾਂ ਸੀਰੀਅਸਨੈਸ ਦੇ ਤੁਸੀਂ ਵਿਜ਼ਿਟ ਕਰਦੇ ਹੋ ਤਾਂ ਦੇयर इज़ अ ਪੋਸੀਬਿਲਿਟੀ ਆਫ ਕੰਟੈਮੀਨੇਸ਼ਨ। ਤਾਂ ਅਸੀਂ ਇਹੋ ਜਿਹੀ ਥਾਵਾਂ 'ਤੇ ਜਿੱਥੇ ਕਿ ਕਿਸੇ ਵੀ ਤਰ੍ਹਾਂ ਦੀ ਕੰਟੈਮੀਨੇਸ਼ਨ ਫੈਲ ਸਕਦੀ ਹੈ ਉਹ ਵਾਲੀ ਥਾਵਾਂ ਜਿਹੜੀਆਂ ਹੈਗੀਆਂ ਅਵੋਇਡ ਕਰਨ। ਤਾਂ ਜ਼ਿਆਦਾਤਰ ਜੇ ਪੋਸੀਬਲ ਹੋਵੇ ਤਾਂ ਆਪਣੇ ਡਾਕਟਰਾਂ ਦੇ ਨਾਲ ਆਪਾਂ ਟੈਲੀਫੋਨਿਕਲੀ ਗੱਲਬਾਤ ਕਰਕੇ ਹੀ ਆਪਣੇ ਮਰਜ਼ ਦੱਸ ਕੇ ਉਹਨਾਂ ਤੋਂ ਦਵਾਈ ਵਗੈਰਾ ਲੈ ਲੈਣੀ ਚਾਹੀਦੀ ਹੈ। ਅਸੀਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਸਪੀਟਲਾਂ 'ਚ ਘੱਟ ਤੋਂ ਘੱਟ ਵਿਜ਼ਿਟ ਕਰਨ। ਜੇ ਕਿਸੇ ਨੂੰ ਫਿਰ ਵੀ ਕੋਈ ਅਰਜੈਂਸੀ ਹੈਗੀ ਤਾਂ ਹੀ ਉਹ ਉੱਥੇ ਵਿਜ਼ਿਟ ਕਰੇ, ਅਦਰਵਾਈਜ਼ ਸਾਰੀ ਕੀ ਸਾਰੀ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਉਹ ESI ਦੇ ਵਿੱਚ ਸ਼ਿਫਟ ਕੀਤੀਆਂ ਜਾ ਚੁੱਕੀਆਂ ਹਨ। ਇਨਫੈਕਟ ਦਵਾਈ ਵਗੈਰਾ ਹੋਰ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ESI ਨੂੰ ਸ਼ਿਫਟ ਕਰਤੀਆਂ ਹੈਗੀਆਂ। ਹੁਣ ਬੰਦੇ ਜਿਹੜੇ ਹੈਗੇ ESI ਦੇ ਵਿੱਚ ਜਾ ਕੇ OPD ਸਰਵਿਸਿਜ਼ ਤੇ ਐਮਰਜੈਂਸੀ ਸਰਵਿਸਿਜ਼ ਦਾ ਲਾਭ ਲੈ ਸਕਦੇ ਨੇ। देखिए इसमें बहुत ही अब इनफैक्ट जिन्ना मैनू पता हैगा उस तो ज़्यादा जिहड़ा हैगा हैल्थ डिपार्टमेंट के डॉक्टरां नूं इनफैक्ट बड़े बड़े हॉस्पिटल जिहड़े हैगे उन्हां नूं मेरे तो ज़्यादा पता होना इस चीज़ के बारे कि किहड़ी सावधानियां जिहड़ियां हैगियां वरतनियां चाहीदियां ने। उन्हां नूं सारिआं नूं इस एडवाइजरी जिहड़ी हैगी हैल्थ डिपार्टमेंट वालों ऑलरेडी गई हुई है। असल जिहड़ी चीज़ हैगी वो यही हैगी कि सोशल डिस्टेंसिंग मेनटेन रखन, हत्थ जिहड़े हैगे उन्हां नूं धो के रखन और बाकी जिहड़ी चीज़ हैगी कोई भी रश ना करन, डिस्टेंस जिहड़ी हैगी वो बना के रखन। इहो जी जिहड़ी चीज़ां हैगियां उन्होंने अडॉप्ट करना चाहिए है। देखिए जनरली एक सिस्टम का लॉकआउट सिस्टम जिहड़ा हैगा ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਬਹੁਤ ਸਾਰਾ ਸੈਕਟਰ ਇਹੋ ਜਿਹਾ ਵੀ ਹੋ ਜਾਂਦਾ ਜਿਨ੍ਹਾਂ ਨੂੰ ਬੇਸਿਕ ਨੈਸੈਸਿਟੀ ਦਾ ਸਾਮਾਨ ਜਿਹੜਾ ਹੈਗਾ ਉਹ ਦੀ ਲੋੜ ਪੈਂਦੀ ਹੈ। ਗਵਰਨਮੈਂਟ ਵੱਲੋਂ ਲਗਾਤਾਰ ਡਰਾਈ ਰਾਸ਼ਨ ਜਿਹੜਾ ਹੈਗਾ ਉਹ ਵੀ ਸਪਲਾਈ ਕੀਤਾ ਜਾ ਰਿਹਾ, ਬਟ ਕਈ ਸਾਰੀ ਥਾਵਾਂ 'ਤੇ ਸਾਨੂੰ ਲਗਾਤਾਰ ਕੰਪਲੇਂਟਾਂ ਜਿਹੜੀਆਂ ਹੈਗੀਆਂ ਆਉਂਦੀਆਂ ਰਹਿੰਦੀਆਂ ਨੇ ਕਿ ਉੱਥੇ ਉਹਨਾਂ ਨੂੰ ਖਾਣਾ ਵਗੈਰਾ ਨਹੀਂ ਮਿਲ ਰਿਹਾ ਹੈਗਾ ਜਾਂ ਕੋਈ ਰਾਸ਼ਨ ਦੀ ਰਿਕੁਐਸਟ ਹੈਗੀ। ਤਾਂ ਅਸੀਂ ਕਾਫੀ ਇਸ ਦੇ ਵਿੱਚ ਮਿਹਨਤ ਕਰਕੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਇਸ ਦਾ ਨੋਡਲ ਆਫਿਸਰ ਬਣਾਇਆ ਹੋਇਆ, ਉਹਨਾਂ ਦੇ ਨਾਲ ACA ਗਲਾਡਾ ਵੀ ਹੈਗੇ ਅਤੇ ਪੁਲਿਸ ਵੱਲੋਂ ਵੀ ADCP ਸਾਹਿਬ ਹੈਗੇ। ਇਹ ਸਾਰਿਆਂ ਨੇ ਇੱਕ ਬਹੁਤ ਵਧੀਆ ਸਿਸਟਮ ਜਿਹੜਾ ਹੈਗਾ ਉਸ ਨੂੰ ਬਣਾਇਆ ਹੋਇਆ ਹੈ। ਉਹਨਾਂ ਨੇ ਸਾਰੇ ਕੇ ਸਾਰੇ ਏਰੀਆਜ਼ ਨੂੰ ਡਿਵਾਈਡ ਕੀਤਾ ਹੋਇਆ ਹੈ ਲੰਗਰ ਸੇਵਾ ਵਗੈਰਾ ਦੇ ਵਾਸਤੇ, ਜਿਸ ਤੋਂ ਕਿ ਕਿਤੇ ਡੁਪਲੀਕੇਸੀ ਵਗੈਰਾ ਨਾ ਹੋਵੇ ਔਰ ਉਹਨਾਂ ਦੀ ਸੁਪਰਵਿਜ਼ਨ ਦੇ ਵਿੱਚ ਹੀ ਇਹ ਜਿਹੜੀ ਡਿਸਟ੍ਰੀਬਿਊਸ਼ਨ ਜਿਹੜੀ ਹੈਗੀ ਹੋ ਰਹੀ ਹੈ। ਅਸੀਂ ਉਹਨਾਂ ਨੂੰ ਹੁਣ ਵੀ ਹਦਾਇਤ ਕਰਾਂਗੇ। ਵੈਸੇ ਜ਼ਿਆਦਾਤਰ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਉਹ ਸੈਲਫ ਮੋਟੀਵੇਟਿਡ ਨੇ ਔਰ ਜਨਰਲੀ ਸਾਰੀ ਕੀ ਸਾਰੀ ਗਵਰਨਮੈਂਟ ਦੀ ਕੰਡੀਸ਼ਨਸ ਜਿਹੜੀਆਂ ਹੈਗੀਆਂ ਗਾਈਡਲਾਈਨਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਉਹ ਫੋਲੋ ਕਰ ਰਹੇ ਨੇ। ਲੇਕਿਨ ਜੇ ਕਿਤੇ ਕਿਸੇ ਇਸ ਤਰ੍ਹਾਂ ਦੇ ਇਸ਼ੂਜ਼ ਹੋਣਗੇ ਤਾਂ ਅਸੀਂ ਐਨਾਲਿਸਿਸ ਕਮੇਟੀ ਦੇ ਰਾਹੀਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਕਾਈਂਡਲੀ ਜੋ ਵੀ ਨੋਰਮਸ ਹੈਗੇ ਗਾਈਡਲਾਈਨਸ ਹੈਗੇ ਉਹਨਾਂ ਨੂੰ ਫੋਲੋ ਕਰਨ ਔਰ ਸੋਸ਼ਲ ਡਿਸਟੈਂਸਿੰਗ ਵਗੈਰਾ ਮੇਨਟੇਨ ਕਰਨ। इसमें फॉर द टाइम बीइंग ਅਸੀਂ ਕੁਛ ਇੱਕ ਰੈਸਟੋਰੈਂਟ ਜਿਹੜੇ ਹੈਗੇ ਉਹਨਾਂ ਨੂੰ ਹੀ ਅਲਾਉ ਕੀਤਾ ਸੀਗਾ ਜਿਨ੍ਹਾਂ ਦੀ ਐਪਲੀਕੇਸ਼ਨ ਸਾਡੇ ਕੋਲ ਪਿਛਲੇ 10-12 ਦਿਨਾਂ ਤੋਂ ਪੈਂਡਿੰਗ ਪਈਆਂ ਹੋਈਆਂ ਸੀਗੀਆਂ। ਅਸੀਂ ਉਹਨਾਂ ਨੂੰ ਚੈੱਕ ਕਰ ਰਹੇ ਹਾਂ। 2-3 ਦਿਨਾਂ ਦੀ ਉਹਨਾਂ ਦੇ ਟਰਾਇਲ ਪੀਰੀਅਡ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ। ਜੇ ਉਹ ਸਕਸੈਸਫੁਲ ਹੋਊਗਾ ਫਿਰ ਅਸੀਂ ਅੱਗੇ ਦੱਸਾਂਗੇ ਕਿ ਕਿਸ ਤਰੀਕੇ ਨਾਲ ਅੱਗੇ ਵਾਲੇ ਅਪਲਾਈ ਕਰ ਸਕਦੇ ਨੇ। ਇਹ ਅਪਲਾਈ ਆਨਲਾਈਨ ਹੀ ਕਰਨਾ ਪੈਂਦਾ, ਕੋਈ ਵੀ ਅਸੀਂ ਕਿਸੇ ਵੀ ਤਰ੍ਹਾਂ ਦੀ ਮੈਨੂਅਲ ਐਪਲੀਕੇਸ਼ਨ ਜਿਹੜੀ ਹੈਗੀ ਵੈਸੇ ਵੀ ਅਸੈਪਟ ਨਹੀਂ ਕਰ ਰਹੇ। ਓਕੇ, ਥੈਂਕ ਯੂ। Subscribe to our YouTube channel News DNN by clicking the bell icon. Don't forget to like, comment and share.